ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुरां दे हजूर जुड़ मिल बैठे रब रूप गुरमुख सत्संगी जन, सतगुरु जी की बख्शिश महरामत दा सदका गुरु चरणों विच जुड़ के बहन का समा नसीब होया। सतगुरु जी की इलाही अमृतमय बाणी का कीर्तन गुरु के प्यारे कीर्तनिया पासों आप जी ने सरवण किया। अज का यह पावन वचन सतगुरु गुरु अर्जुन देव महाराज जी का उचारण किया होया। सतगुरु जी अज दे इस शब्द अंदर सोझी बख्शते हैं। सतगुरु कहते, हे मित्र, हे मेरे मीत, हे मेरे भाई, कोई ऐसी जगह दसो, कोई ऐसी थां, कोई ऐसा स्थान जिथे उस परमात्मा का कीर्तन, उहदी सिफत सलाह हमेशा हुंदी होवे, जिथे उहदी सिफत सलाह तो बिना होर कुछ हुंदा ही ना होवे। सतगुरु कहते, सो अस्थान बतावो मीता, जाकै हर हर कीर्तन नीता। हे मित्र, वो स्थान दसो जिस स्थान ते हमेशा वाहिगुरु की ही सिफत सलाह होंदी है, जिथे परमेश्वर दे ही गुण गाए जाते हैं। वो जगह असी लोग जिन्हां थाहां ते अपने तरफों परमात्मा का सिमरन करते हैं, उसकी सिफत सलाह करते हैं, उत्थे हमेशा उसकी सिफत सलाह होंदी नहीं। तो यह भी ख्याल रखना कि इस गल की भी बहुत संभावना है कि जदों बंदा उस थां बैठ के अपने तरफों सिफत सलाह कर रहा है, तो यह भी हो सकता है कि कर रहा होया भी ना कर रहा होवे। क्योंकि बहुत दफ़ा ऐसा होंदा है कि लोग वेखण नूं ते इंज लगता है कि रब का नाम लै रहे ने, वेखण नूं ते इंज कर लगता है कि वो जप तप कर रहे ने, वो सिमरन कर रहे ने, वो परमेश्वर दे गीत गा रहे ने, पर उन्हां दा मन कुछ होर ही गीत गा रहा हुंदा है। हत्थां नाल पूजा हो रही हुंदी है, पर मन नाल कुछ होर ही हो रहा है। गुरु अर्जुन देव महाराज अमृतसर साहिब दे विच विचरदे ने, तां उन्हां दे नाल कुछ गुरसिख भी जा रहे ने। जिस जगह तो वो गुजरे, उस जगह एक पंडित बैठा पूजा कर रहा सी। पंडित ने सालग्राम रखा होया सामने, चंदन उस दे उपर घसाया होया, आले दुआले धूफ अगरबत्ती कीती हुई है, सामने एक वड्डा संख रखा होया ते मत्थे दे उत्ते तिलक लाया होया, 12 तिलक उन्हें शरीर ते लाए ने। पूजा कर रहा है, पूजा कर रहा है। इन्ने नूं गुरु अर्जुन देव महाराज उहदे सामने उहदे गुजरदे ने। सतगुरु ने उसनूं वेख्या कि वो की कर रहा है। सतगुरु जी उहदे कोलों दी लंघ गए। जदों वो पूजा कर रहा सी, उसने देखा कि गुरु अर्जुन देव कोल दी गुजर गए, वो कोलों दी लंघ गए।
ਤੇ ਮੈਂ ਹਾਂ ਬ੍ਰਾਹਮਣ, ਮੈਂ ਹਾਂ ਬ੍ਰਾਹਮਣ। ਤੇ ਗੁਰੂ ਅਰਜਨ ਦੇਵ ਨੇ ਖੱਤਰੀਆਂ ਨਾਲ ਸੰਬੰਧਿਤ, ਉਹਨਾਂ ਦੀ ਵੰਸ਼ ਵਿੱਚੋਂ, ਤੇ ਖੱਤਰੀ ਹੋਵੇ, ਵੈਸ਼ ਹੋਵੇ ਜਾਂ ਸ਼ੂਦਰ ਹੋਵੇ, ਕੋਈ ਵੀ ਹੋਵੇ, ਬ੍ਰਾਹਮਣ ਦਿਸ ਪਵੇ ਤੇ ਬ੍ਰਾਹਮਣ ਨੂੰ ਹੱਥ ਜੋੜ ਕੇ ਨਮਸਕਾਰ ਕਰਨੀ ਉਹਦਾ ਫਰਜ਼ ਹੈ। ਤੇ ਮੈਂ ਤਾਂ ਐਸਾ ਦਵਿਜ ਹਾਂ, ਐਸਾ ਬ੍ਰਾਹਮਣ ਹਾਂ ਕਿ ਜਿਹੜਾ ਪੂਜਾ ਕਰ ਰਿਹਾ ਵਾਂ। ਗੁਰੂ ਅਰਜਨ ਦੇਵ ਕੋਲੋਂ ਦੀ ਲੰਘ ਗਏ, ਮੈਨੂੰ ਸਤਿਕਾਰ ਹੀ ਨਹੀਂ ਦਿੱਤਾ, ਮੈਨੂੰ ਕੋਈ ਮੱਥਾ ਹੀ ਨਹੀਂ ਟੇਕਿਆ, ਮੈਨੂੰ ਕੋਈ ਨਮਸਕਾਰ ਹੀ ਨਹੀਂ ਕੀਤੀ। ਚਲੋ ਮੈਨੂੰ ਨਹੀਂ, ਘੱਟੋ ਘੱਟ ਆ ਜਿਹੜੀ ਸਾਲਗ੍ਰਾਮ ਦੀ ਮੂਰਤੀ ਰੱਖੀ ਹੈ ਸਾਹਮਣੇ, ਇਸ ਨੂੰ ਹੀ ਸਤਿਕਾਰ ਦੇ ਜਾਂਦੇ। ਹੁਣ ਉਹਦਾ ਸਤਿਕਾਰ ਦਾ ਮਤਲਬ ਇਹ ਨਹੀਂ ਕਿ ਸਿਰ ਝੁਕਾਉਣਾ, ਉਹਦਾ ਸਤਿਕਾਰ ਦਾ ਮਤਲਬ ਕਿ ਕੁਛ ਨਾ ਕੁਛ ਦਕਸ਼ਣਾ, ਕੁਛ ਨਾ ਕੁਛ ਮਾਇਆ ਉਸ ਨੂੰ ਭੇਂਟ ਕਰ ਜਾਂਦੇ। ਜਦੋਂ ਗੁਰੂ ਸਾਹਿਬ ਕੋਲ ਦੀ ਲੰਘ ਗਏ, ਗੁਰੂ ਸਾਹਿਬ ਤਾਂ ਲੰਘੇ ਹੀ ਲੰਘੇ, ਉਹਨਾਂ ਦੇ ਮਗਰ ਜਿਹੜੇ ਸਿੱਖ ਸਨ, ਜਿੰਨੇ ਵੀ ਆਦਮੀ ਸਨ, ਉਹ ਵੀ ਉਸੇ ਤਰ੍ਹਾਂ ਲੰਘ ਗਏ। ਉਹਨਾਂ ਚੋਂ ਵੀ ਕਿਸੇ ਨੇ ਪੰਡਤ ਨੂੰ ਹੱਥ ਜੋੜ ਕੇ ਨਮਸਕਾਰ ਨਾ ਕੀਤੀ ਤੇ ਨਾ ਹੀ ਉਹਦੇ ਅੱਗੇ ਕੋਈ ਦਕਸ਼ਣਾ ਰੱਖੀ, ਕੋਈ ਭੇਟਾ ਰੱਖੀ। ਪੰਡਤ ਨੂੰ ਇਸ ਗੱਲ ਦਾ ਬੜਾ ਗੁੱਸਾ, ਇਸ ਗੱਲ ਦਾ ਬੜਾ ਉਸਨੇ ਬੁਰਾ ਮਨਾਇਆ ਕਿ ਮੇਰੀ ਇਨਸਲਟ ਹੋਈ, ਮੇਰੀ ਬੇਇੱਜ਼ਤੀ। ਹੁਣ ਕਰ ਉਹ ਪੂਜਾ ਰਿਹਾ ਤੇ ਦਿਮਾਗ ਵਿੱਚ ਉਹਦੇ ਇਹ ਕੁਛ ਚੱਲ ਰਿਹਾ, ਕਰ ਉਹ ਆਪਣੇ ਭਗਵਾਨ ਦੀ ਆਰਤੀ ਰਿਹਾ, ਸੋਚਦਾ ਇਹ ਕੁਛ ਹੈ ਕਿ ਬੰਦੇ ਮੇਰੇ ਕੋਲੋਂ ਦੀ ਗੁਜ਼ਰਦੇ ਜਾਂਦੇ ਨੇ, ਮੈਨੂੰ ਕੋਈ ਨਮਸਕਾਰ ਹੀ ਨਹੀਂ ਕਰਦਾ। ਹੱਥਾਂ ਵਿੱਚ ਉਹਦੇ ਆਪਣੀ ਭਗਵਾਨ ਦੀ ਮੂਰਤੀ ਦੀ ਪੂਜਾ ਦੀਆਂ ਚੀਜ਼ਾਂ ਨੇ। ਜ਼ੁਬਾਨ ਤੋਂ ਹੋ ਸਕਦਾ ਕਿ ਉਹ ਆਪਣੇ ਭਗਵਾਨ ਦਾ ਨਾਮ ਲੈ ਕੇ ਆਰਤੀ ਕਰ ਰਿਹਾ ਹੋਵੇ, ਪੂਜਾ ਕਰ ਰਿਹਾ ਹੋਵੇ, ਪਰ ਮਨ ਵਿੱਚ ਉਹਦੇ ਇਹ ਕੁਛ ਚੱਲਦਾ ਕਿ ਮੈਨੂੰ ਕਿਸੇ ਨੇ ਮੱਥਾ ਨਹੀਂ ਟੇਕਿਆ, ਮੇਰੇ ਅੱਗੇ ਕਿਸੇ ਨੇ ਦਕਸ਼ਣਾ ਨਹੀਂ ਰੱਖੀ, ਮੇਰੇ ਅੱਗੇ ਕਿਸੇ ਨੇ ਕੋਈ ਭੇਟਾ ਨਹੀਂ ਰੱਖੀ, ਮੈਨੂੰ ਕਿਸੇ ਨੇ ਨਮਸਕਾਰ ਨਹੀਂ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਉਹਨਾਂ ਨੇ ਜਾਣਾ ਸੀ ਗਏ, ਤੇ ਜਦੋਂ ਕੁਝ ਸਮੇਂ ਬਾਅਦ ਵਾਪਸ ਮੁੜੇ ਤਾਂ ਉਹ ਪੰਡਤ ਉੱਥੇ ਬੈਠਾ ਸੀ। ਗੁਰੂ ਸਾਹਿਬ ਉਸ ਦੇ ਕੋਲ ਆ ਕੇ ਰੁਕ ਗਏ। ਸਤਿਗੁਰੂ ਜੀ ਨੇ ਪੁੱਛਿਆ ਕਿ ਪੰਡਤ ਜੀ ਕੀ ਗੱਲ, ਬੜੇ ਨਾਰਾਜ਼ ਲੱਗਦੇ ਹੋ, ਕਿਸੇ ਗੱਲ ਦਾ ਰੋਸ ਹੈ, ਕਿਸੇ ਨੇ ਤੁਹਾਨੂੰ ਕੁਝ ਬੋਲ ਦਿੱਤਾ, ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਬੜਾ ਗੁੱਸਾ ਹੈ। ਉਸਨੇ ਫਿਰ ਆਪਣਾ ਗੁੱਸਾ ਗੁਰੂ ਸਾਹਿਬ ਦੇ ਅੱਗੇ ਪ੍ਰਗਟ ਕੀਤਾ। ਕਹਿੰਦਾ ਕਿ ਮੈਂ ਹਾਂ ਬ੍ਰਾਹਮਣ ਦਵਿਜ, ਦਵਿਜ ਹਾਂ ਮੈਂ, ਤੇ ਸਾਰੇ ਵਰਨਾਂ ਨੂੰ ਚਾਹੀਦਾ ਹੈ, ਇਹ ਧਰਮ ਦੀ ਮਰਿਆਦਾ ਹੈ ਕਿ ਬ੍ਰਾਹਮਣ ਦਾ ਸਤਿਕਾਰ ਕਰਨ, ਉਹ ਜਿੱਥੇ ਵੀ ਮਿਲ ਜਾਵੇ ਉਹਨੂੰ ਨਮਸਕਾਰ ਕਰਨ, ਉਹਦਾ ਸਤਿਕਾਰ ਕਰਨ। ਪਰ ਤੁਸੀਂ ਮੇਰਾ ਸਤਿਕਾਰ ਨਹੀਂ ਕੀਤਾ, ਤੁਸੀਂ ਮੈਨੂੰ ਮੱਥਾ ਨਹੀਂ ਟੇਕਿਆ, ਮੈਨੂੰ ਨਮਸਕਾਰ ਨਹੀਂ ਕੀਤੀ ਤੇ ਨਾ ਹੀ ਮੈਨੂੰ ਮੇਰੀ ਦਕਸ਼ਣਾ ਦਿੱਤੀ। ਤੁਸੀਂ ਆਪ ਤਾਂ ਕੀ ਦੇਣੀ ਸੀ, ਆਪ ਤਾਂ ਕੀ ਨਮਸਕਾਰ ਕਰਨਾ ਸੀ, ਤੁਸੀਂ ਆਪਣੇ ਸਿੱਖਾਂ ਨੂੰ ਵੀ ਆਪਣੇ ਮਗਰ ਐਵੇਂ ਲੈ ਗਏ, ਉਹਨਾਂ ਨੇ ਵੀ ਮੇਰਾ ਕਿਸੇ ਨੇ ਸਤਿਕਾਰ ਨਹੀਂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੰਡਤ ਦੀ ਗੱਲ ਸੁਣੀ ਤੇ ਸਤਿਗੁਰੂ ਜੀ ਸੁਣ ਕੇ ਹੱਸ ਪਏ। ਸਤਿਗੁਰੂ ਨੇ ਆਖਿਆ ਕਿ ਪੰਡਤ ਜੀ, ਤੁਸੀਂ ਤਾਂ ਪੂਜਾ ਕਰ ਰਹੇ ਸੀ, ਤੁਸੀਂ ਤੇ ਅਰਚਨਾ ਕਰ ਰਹੇ ਸੀ, ਤੁਸੀਂ ਤੇ ਆਰਤੀ ਕਰ ਰਹੇ ਸੀ, ਤੁਹਾਡੇ ਦਿਮਾਗ ਵਿੱਚ ਇਹ ਕੁਛ ਚੱਲ ਰਿਹਾ ਸੀ ਉਸ ਵੇਲੇ। ਜਦੋਂ ਬੰਦਾ ਪ੍ਰਮਾਤਮਾ ਦੀ ਪੂਜਾ ਕਰ ਰਿਹਾ ਹੈ, ਉਹਦੀ ਆਰਾਧਨਾ ਕਰ ਰਿਹਾ ਹੈ, ਤਾਂ ਉਸ ਵਕਤ ਉਹਦੀ ਆਰਾਧਨਾ ਤੋਂ ਬਿਨਾਂ ਉਹਦੇ ਮਨ ਵਿੱਚ ਹੋਰ ਕੁਛ ਹੋਣਾ ਹੀ ਨਹੀਂ ਚਾਹੀਦਾ। ਤੁਹਾਡੇ ਸਾਹਮਣੇ ਭਗਵਾਨ ਦੀ ਮੂਰਤੀ, ਤੇ ਤੁਸੀਂ ਭਗਵਾਨ ਦੀ ਮੂਰਤੀ ਨੂੰ
ਉਹਦੇ ਵਿੱਚ ਆਪਣਾ ਧਿਆਨ ਲਾਉਣ ਦੀ ਬਜਾਏ, ਆਪਣੀ ਪੂਜਾ ਵਿੱਚ ਆਪਣਾ ਧਿਆਨ ਲਾਉਣ ਦੀ ਬਜਾਏ ਤੁਸੀਂ ਲੋਕਾਂ ਵੱਲ ਆਪਣਾ ਧਿਆਨ ਲਾ ਰਹੇ ਹੋ ਕਿ ਕੌਣ ਤੁਹਾਡੇ ਕੋਲ ਆ ਰਿਹਾ ਹੈ, ਕੌਣ ਤੁਹਾਡੇ ਚਰਨਾਂ ਵਿੱਚ ਮੱਥਾ ਟੇਕ ਰਿਹਾ ਹੈ, ਕੌਣ ਤੁਹਾਨੂੰ ਦਸ਼ਣਾ ਕੁਝ ਭੇਟਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ। ਤੁਹਾਡਾ ਧਿਆਨ ਤਾਂ ਇੱਥੇ ਲੱਗਾ ਹੋਇਆ, ਤੁਹਾਡਾ ਧਿਆਨ ਤਾਂ ਇਸ ਗੱਲ ਵਿੱਚ ਲੱਗਾ। ਕਾਹਦੀ ਤੁਹਾਡੀ ਪੂਜਾ, ਕਾਹਦੀ ਤੁਹਾਡੀ ਇਹ ਆਰਾਧਨਾ ਹੋਈ? ਇਹ ਤਾਂ ਪਖੰਡ ਹੋਇਆ, ਨਿਰਾ ਪਖੰਡ ਹੈ, ਇਹ ਤਾਂ ਨਿਰਾ ਅਡੰਬਰ ਹੈ। ਤੁਸੀਂ ਸੋਚਦੇ ਹੋ ਕਿ ਮੈਂ ਪੂਜਾ ਕਰ ਰਿਹਾ, ਪਰ ਪੂਜਾ ਤੇ ਤੁਹਾਡੀ ਹੈ ਹੀ ਨਹੀਂ। ਇਹ ਤੇ ਆਪਣੇ ਆਪ ਨੂੰ ਵੀ ਭੁਲੇਖੇ ਵਿੱਚ ਪਾਉਣਾ ਹੈ ਤੇ ਦੂਸਰਿਆਂ ਨੂੰ ਵੀ। ਦੂਸਰੇ ਨੂੰ ਲੱਗੇਗਾ ਕਿ ਇਹ ਆਦਮੀ ਪੂਜਾ ਕਰ ਰਿਹਾ, ਤੁਹਾਨੂੰ ਆਪ ਨੂੰ ਵੀ ਲੱਗ ਰਿਹਾ ਕਿ ਮੈਂ ਪੂਜਾ ਕਰ ਰਿਹਾ। ਬਹੁਤ ਸਾਰੀ ਦੁਨੀਆ, ਬਹੁਤ ਸਾਰੇ ਲੋਕ ਉਹ ਇਸੇ ਭਰਮ ਵਿੱਚ ਨੇ ਕਿ ਅਸੀਂ ਪੂਜਾ ਪਾਠ ਕਰਦੇ ਹਾਂ, ਉਹ ਇਸੇ ਭਰਮ ਵਿੱਚ ਨੇ ਕਿ ਅਸੀਂ ਜਪ ਤਪ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਅਸੀਂ ਸਾਧਨਾ ਕਰਦੇ ਹਾਂ। ਹਜ਼ਾਰਾਂ ਲੱਖਾਂ ਲੋਕ ਇਸੇ ਭਰਮ ਵਿੱਚ ਜਿਉਂਦੇ ਨੇ, ਜਦ ਕਿ ਮਨ ਵਿੱਚ ਉਹਨਾਂ ਦੇ ਕੁਝ ਹੋਰ ਚੱਲਦਾ ਰਹਿੰਦਾ ਹੈ। ਇਸ ਲਈ ਕਰੋੜਾਂ ਲੋਕ ਆਪਣੇ ਆਪ ਨੂੰ ਧਾਰਮਿਕ ਸਮਝੀ ਬੈਠੇ ਨੇ, ਜਦ ਕਿ ਧਰਮ ਦੇ ਮੁਤਾਬਕ ਉਹਨਾਂ ਦਾ ਜੀਵਨ ਹੈ ਹੀ ਨਹੀਂ। ਦੇਖਣ ਨੂੰ ਧਾਰਮਿਕ ਕਰਮ ਹੋ ਰਹੇ ਨੇ, ਦੇਖਣ ਨੂੰ ਪੂਜਾ ਪਾਠ ਹੋ ਰਿਹਾ ਹੈ, ਦੇਖਣ ਨੂੰ ਜਪ ਤਪ ਹੋ ਰਿਹਾ ਹੈ, ਦੇਖਣ ਨੂੰ ਆਪੋ ਆਪਣੇ ਧਰਮ ਗ੍ਰੰਥ ਦਾ ਪਾਠ ਕੀਤਾ ਜਾ ਰਿਹਾ ਹੈ, ਪਰ ਮਨ ਕੁਝ ਹੋਰ ਹੀ ਕਰ ਰਿਹਾ ਹੈ। ਇਸ ਲਈ ਸਤਿਗੁਰੂ ਕਹਿੰਦੇ ਜਿਸ ਸਥਾਨ ਤੇ ਤੂੰ ਬੈਠ ਕੇ ਉਸ ਦੀ ਪੂਜਾ ਕਰ ਰਿਹਾ, ਉਹਦੀ ਆਰਾਧਨਾ ਕਰ ਰਿਹਾ, ਜ਼ਰੂਰੀ ਨਹੀਂ ਹੈ ਕਿ ਤੂੰ ਸੱਚਮੁੱਚ ਕਰ ਹੀ ਰਿਹਾ ਹੋਵੇਂ, ਤੂੰ ਸੱਚਮੁੱਚ ਉੱਥੇ ਹੀ ਮੌਜੂਦ ਹੋਵੇਂ, ਇਹ ਜ਼ਰੂਰੀ ਨਹੀਂ। ਇਸ ਲਈ ਐਸਾ ਥਾਂ ਸੋ ਅਸਥਾਨ ਬਤਾਵੋ ਮੀਤਾ, ਸਤਿਗੁਰੂ ਕਹਿੰਦੇ ਹੇ ਮੇਰੇ ਮਿੱਤਰ, ਉਹ ਥਾਂ ਦੱਸੋ, ਉਹ ਜਗ੍ਹਾ ਦੱਸੋ ਜਿੱਥੇ ਜਾ ਕੇ ਹਰ ਹਰ ਕੀਰਤਨ ਨੀਤਾ, ਜਿੱਥੇ ਹਮੇਸ਼ਾ ਵਾਹਿਗੁਰੂ ਦਾ ਕੀਰਤਨ ਹੁੰਦਾ ਹੋਵੇ, ਜਿੱਥੇ ਹਮੇਸ਼ਾ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਹੈ? ਹੁਣ ਪੰਡਿਤ ਨੂੰ ਸਤਿਗੁਰੂ ਕਹਿੰਦੇ ਮੈਂ ਪੁੱਛਾਂ ਤਾਂ ਪੰਡਿਤ ਤਾਂ ਮਾਇਆ ਵਿੱਚ ਗਲਤਾਨ ਹੈ, ਉਹ ਕੀ ਦੱਸੇ? ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸਤਿਗੁਰੂ ਕਹਿੰਦੇ ਉਹ ਤੇ ਮਾਇਆ ਵਿੱਚ ਫਸਿਆ ਹੋਇਆ, ਉਹਨੂੰ ਕੀ ਪੁੱਛਾਂ ਮੈਂ? ਤੀਰਥ ਜਾਉ ਤਾਂ ਹਾਂ ਹਾਂ ਕਰਤੇ, ਸਤਿਗੁਰੂ ਕਹਿੰਦੇ ਮੈਂ ਤੀਰਥਾਂ ਤੇ ਵੇਖਾਂ, ਤੀਰਥਾਂ ਤੇ ਜਾਵਾਂ ਤਾਂ ਲੋਕ ਇਸ ਗੱਲ ਦਾ ਹੰਕਾਰ ਕਰਦੇ ਨੇ ਕਿ ਅਸੀਂ ਤੀਰਥ ਯਾਤਰਾ ਕਰ ਲਈ। ਤੀਰਥਾਂ ਤੇ ਜਾਣ ਵਾਲੇ ਵੀ ਹੰਕਾਰ ਨਾਲ ਭਰੇ ਨੇ ਤੇ ਤੀਰਥਾਂ ਤੇ ਬੈਠਣ ਵਾਲੇ ਪੰਡਿਤ ਗਿਆਨੀ ਵੀ ਹੰਕਾਰ ਨਾਲ ਭਰੇ ਨੇ। ਸਤਿਗੁਰੂ ਕਹਿੰਦੇ ਸਭ ਹਉਮੈ ਨਾਲ, ਸਭ ਹੰਕਾਰ ਨਾਲ ਭਰੇ ਪਏ ਨੇ, ਸਭ ਵਾਸਨਾਵਾਂ ਨਾਲ, ਵਿਕਾਰਾਂ ਨਾਲ ਭਰੇ ਪਏ। ਤੀਰਥ ਜਾਓ ਤਾਂ ਹਾਂ ਹਾਂ ਕਰਦੇ। ਬਹੁਤ ਸਾਰੇ ਲੋਕ ਉਹ ਇਸ ਗੱਲ ਦਾ ਹੰਕਾਰ ਕਰਦੇ ਨੇ ਕਿ ਮੈਂ ਫਲਾਣੀ ਥਾਂ ਦੀ ਯਾਤਰਾ ਕਰੀ ਹੈ, ਮੈਂ ਜਿੰਨੇ ਗੁਰਦੁਆਰੇ ਨੇ ਨਾ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰ ਲਈ, ਮੈਂ 68 ਤੀਰਥਾਂ ਦੀ ਯਾਤਰਾ ਕੀਤੀ ਹੈ। ਸਤਿਗੁਰੂ ਕਹਿੰਦੇ ਕਿ ਬੰਦਾ ਤੀਰਥ ਯਾਤਰਾ ਕਰਕੇ ਵੀ ਹੰਕਾਰ ਨਾਲ ਭਰਿਆ ਹੋਇਆ। ਗੁਰੂ ਨਾਨਕ ਸਾਹਿਬ ਦਾ ਤੁਸੀਂ ਸ਼ਬਦ ਪੜ੍ਹੋਗੇ ਆਸਾ ਕੀ ਵਾਰ ਵਿੱਚ, ਸਤਿਗੁਰੂ ਕਹਿੰਦੇ ਤੀਰਥ ਭਵਿਆ, ਤੀਰਥਾਂ ਤੇ ਬਹੁਤ ਭਵਿਆ, ਪਰ ਹੋਇਆ ਕੀ? ਹੰਕਾਰ, ਹਉਮੈ, ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਉਹ ਦੂਸਰਿਆਂ ਨੂੰ ਦੱਸਦਾ ਫਿਰਦਾ ਕਿ ਤੁਸੀਂ ਪਾਪੀ ਰਹਿ ਗਏ, ਮੈਂ ਜਾ ਆਇਆ, ਮੈਂ ਬੜੀ ਪੁੰਨ ਆਤਮਾ ਤੇ ਤੁਸੀਂ ਪਾਪੀ। ਕਿਉਂ? ਕਿਉਂਕਿ ਤੁਸੀਂ ਕੰਮਾਂ ਧੰਦਿਆਂ ਵਿੱਚ ਫਸੇ, ਮੈਂ ਤੀਰਥਾਂ ਤੇ ਜਾ ਆਇਆ, ਮੈਂ 4 ਧਾਮ ਦੀ ਯਾਤਰਾ ਕਰ ਆਇਆ, ਮੈਂ 68 ਤੀਰਥਾਂ ਦਾ ਇਸ਼ਨਾਨ ਕਰ ਆਇਆ, ਮੈਂ ਗੰਗਾ ਨਹਾ ਆਇਆ, ਮੈਂ ਜਮਨਾ ਜਾ ਆਇਆ।
ਉਹ ਦੂਸਰਿਆਂ ਨੂੰ ਬੜੀ ਹੀਨ ਭਾਵਨਾ ਨਾਲ ਦੇਖਦਾ ਹੈ। ਜਿਹੜੇ ਲੋਕ ਨਵੇਂ ਧਾਰਮਿਕ ਹੁੰਦੇ ਨੇ ਨਾ, ਨਵੇਂ ਕਿਸੇ ਧਰਮ ਨੂੰ ਅਡਾਪਟ ਕਰਦੇ ਨੇ, ਉਹ ਦੂਸਰਿਆਂ ਨੂੰ ਤੇ ਸਮਝਦੇ ਨੇ ਕਿ ਜਿਵੇਂ ਦੂਸਰੇ ਬਹੁਤ ਵੱਡੇ ਪਾਪੀ ਹੋਣ, ਆਪ ਜਿਵੇਂ ਉਹਨਾਂ ਨੇ ਬਹੁਤ ਵੱਡਾ ਕੰਮ ਕਰ ਲਿਆ ਹੋਵੇ, ਕੋਈ ਬਹੁਤ ਵੱਡਾ ਮੋਰਚਾ ਜਿੱਤ ਲਿਆ। ਉਹ ਸਮਝਦਾ ਕਿ ਦੂਸਰਾ ਬੰਦਾ ਤੇ ਕੁਝ ਵੀ ਨਹੀਂ। ਮੈਂ ਇੱਕ ਕਹਾਣੀ ਸੁਣੀ ਕਿ ਇੱਕ ਮਿੱਤਰ ਜਿਹਦਾ ਨਾਮ ਮੁਹੰਮਦ ਹੈ, ਉਹਦਾ ਦੂਸਰਾ, ਉਹਦਾ ਭਾਈ, ਉਹਦਾ ਮਿੱਤਰ, ਉਹਦਾ ਨਾਮ ਅਲੀ ਹੈ। ਮੁਹੰਮਦ, ਉਹਨੇ ਕਦੇ ਆਪਣੇ 5 ਨਮਾਜ਼ਾਂ ਵਿੱਚੋਂ ਇੱਕ ਵੀ ਨਮਾਜ਼ ਉਹਨੇ ਛੱਡੀ ਨਹੀਂ। ਸਵੇਰ ਦੀ ਨਮਾਜ਼ ਜਿਹੜੀ ਸੂਰਜ ਚੜ੍ਹਨ ਤੋਂ ਪਹਿਲਾਂ ਹੁੰਦੀ ਹੈ, ਪੋਹ ਫਟਾਲੇ ਤੋਂ ਪਹਿਲਾਂ, ਨਮਾਜ਼ੇ ਸੁਬਾਹ, ਉਸ ਤੋਂ ਬਾਅਦ ਦਿਨ ਚੜ੍ਹੇ ਦੀ, ਫਿਰ ਦੁਪਹਿਰ ਦੀ, ਫਿਰ ਦਿਨ ਢਲੇ ਦੀ, ਫਿਰ ਸ਼ਾਮ ਦੀ, ਉਹਨੇ ਸਾਰੀਆਂ ਨਮਾਜ਼ਾਂ ਪੜ੍ਹਨੀਆਂ। ਉਹਨੇ ਕਦੇ ਕੋਈ ਨਮਾਜ਼ ਨਾ ਛੱਡੀ। ਉਹਦਾ ਜਿਹੜਾ ਦੂਸਰਾ ਮਿੱਤਰ ਹੈ ਅਲੀ, ਜਦੋਂ ਵੀ ਇਸ ਨੇ ਨਮਾਜ਼ ਪੜ੍ਹਨ ਜਾਣਾ ਸੁਬਾਹ, ਇਹਨੇ ਆਪ ਉੱਠਣਾ ਤੇ ਉਹਨੂੰ ਵੀ ਉਠਾਉਣਾ ਕਿ ਚੱਲ ਨਮਾਜ਼ ਦਾ ਵਕਤ ਹੋ ਗਿਆ, ਪਰ ਉਹਨੇ ਹਰ ਵਾਰੀ ਟਾਲ ਦੇਣਾ ਕਿ ਕੋਈ ਨਹੀਂ, ਮੈਂ ਆਉਣਾ, ਮੈਂ ਉੱਠਦਾ, ਤੂੰ ਚੱਲ। ਇਸ ਤਰ੍ਹਾਂ ਬਹੁਤ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ। ਉਹਨੇ ਆਪਣਾ ਫਰਜ਼ ਨਿਭਾਇਆ। ਉਹਨੇ ਰੋਜ਼ ਕਹਿਣਾ ਕਿ ਨਮਾਜ਼ ਦਾ ਵਕਤ ਹੋਇਆ, ਚੱਲੀਏ ਨਮਾਜ਼ ਪੜ੍ਹੀਏ ਜਾ ਕੇ ਮਸੀਤੇ। ਪਰ ਅਲੀ ਨੀਂਦ ਵਿੱਚ ਐਸਾ ਗਲਤਾਨ ਕਿ ਕਹਿ ਦਿੰਦਾ ਕਿ ਹਾਂ ਠੀਕ ਹੈ, ਪਰ ਜਾਂਦਾ ਕਦੇ ਨਾ। ਇੱਕ ਦਿਨ ਮੁਹੰਮਦ ਨੇ ਉਠਾਇਆ, ਕਹਿੰਦਾ ਭਾਈ ਉੱਠ, ਨਮਾਜ਼ ਦਾ ਵਕਤ ਹੋਇਆ, ਚੱਲੀਏ। ਉਸ ਦਿਨ ਉਹਦੇ ਚਿੱਤ ਵਿੱਚ ਆਇਆ ਕਿ ਚਲੋ ਅੱਜ ਚੱਲਦੇ ਹਾਂ। ਉਹ ਉੱਠਿਆ, ਨਹਾਇਆ ਧੋਤਾ, ਕੱਪੜੇ ਪਹਿਨੇ ਤੇ ਚੱਲ ਪਿਆ। ਜਦੋਂ ਨਮਾਜ਼ ਪੜ੍ਹਨ ਵਾਸਤੇ ਤੁਰ ਪਏ ਤਾਂ ਕੁਝ ਲੋਕਾਂ ਨੂੰ ਉਹ ਸੁੱਤਿਆਂ ਹੋਇਆਂ ਦੇਖਦਾ। ਕਈਆਂ ਦੇ ਘਰਾਂ ਵਿੱਚੋਂ ਆਵਾਜ਼ਾਂ ਆ ਰਹੀਆਂ ਸੁੱਤਿਆਂ ਹੋਇਆਂ ਦੀਆਂ, ਕਈਆਂ ਦੇ ਘਰਾਂ ਦੇ ਵਿੱਚ ਹਾਲੇ ਦਰਵਾਜ਼ੇ ਬੰਦ ਨੇ, ਸੁੱਤੇ ਹੋਏ ਲੱਗ ਰਹੇ ਨੇ ਲੋਕ ਕਿ ਹਾਲੇ ਸੁੱਤੇ ਪਏ ਨੇ। ਤਾਂ ਅਲੀ ਕਹਿੰਦਾ ਕਿ ਵੇਖੋ ਕਿੱਡੇ ਪਾਪੀ ਲੋਕ ਨੇ, ਨਮਾਜ਼ ਦਾ ਵਕਤ ਹੋ ਗਿਆ, ਸੁੱਤੇ ਪਏ ਨੇ, ਕਿ ਇਹ ਤਾਂ ਨਰਕਾਂ ਨੂੰ ਜਾਣਗੇ, ਇਹ ਤਾਂ ਦੋਜ਼ਖ ਦੇ ਦੀ ਅੱਗ ਵਿੱਚ ਸੜਨਗੇ, ਕਿਉਂਕਿ ਇਹ ਨਮਾਜ਼ ਹੀ ਨਹੀਂ ਪੜ੍ਹਦੇ। ਸਾਡੇ ਵਾਂਗੂ ਨਮਾਜ਼ ਹੀ ਨਹੀਂ ਪੜ੍ਹਦੇ ਇਹ ਲੋਕ। ਮੁਹੰਮਦ ਉਹਦੇ ਮੂੰਹ ਵੱਲ ਦੇਖਦਾ ਕਿ ਕੱਲ ਤੂੰ ਵੀ ਇਸੇ ਤਰ੍ਹਾਂ ਸੁੱਤਾ ਪਿਆ ਸੀ। ਕਿਉਂਕਿ ਜਦੋਂ ਬੰਦਾ ਆਪ ਕੁਝ ਧਾਰਮਿਕ ਕਰਮ ਕਰਨ ਲੱਗ ਜਾਂਦਾ ਨਾ, ਉਹਨੂੰ ਲੱਗਦਾ ਕਿ ਦੂਸਰੇ ਨਰਕੀ ਨੇ। ਅੱਜ ਆਪ ਉੱਠ ਖੜੋਇਆ ਤੇ ਲੱਗਦਾ ਕਿ ਬਹੁਤ ਵੱਡਾ ਪੁੰਨ ਕਰ ਲਿਆ। ਖਿਆਲ ਰੱਖਣਾ ਕਿ ਬਹੁਤੀ ਵੇਰਾਂ ਲੋਕ ਕਿਸੇ ਚੀਜ਼ ਨੂੰ ਚੰਗਾ ਤਾਂ ਹੀ ਕਹਿੰਦੇ ਨੇ ਕਿਉਂਕਿ ਉਸ ਚੀਜ਼ ਨਾਲ ਖੁਦ ਜੁੜੇ ਹੁੰਦੇ ਨੇ। ਆਪ ਨਹੀਂ ਜੁੜੇ ਤਾਂ ਉਸ ਚੀਜ਼ ਨੂੰ ਚੰਗਾ ਨਹੀਂ ਕਹਿੰਦੇ। ਤੁਸੀਂ ਵੇਖੋ ਕਿ ਜਿਹੜੀ ਥਾਂ ਬੰਦਾ ਜਨਮਿਆ, ਜਿਸ ਜਗ੍ਹਾ, ਜਿਸ ਦੇਸ਼, ਜਿਸ ਪਿੰਡ, ਜਿਸ ਮੁਹੱਲੇ ਵਿੱਚ, ਉਸ ਨੂੰ ਕਹਿੰਦਾ ਕਿ ਸਭ ਤੋਂ ਵਧੀਆ। ਮੈਂ ਪੰਜਾਬ ਵਿੱਚ ਜਨਮਿਆ, ਮੇਰਾ ਪੰਜਾਬ ਵਰਗਾ ਕੋਈ ਹੋਰ ਸਟੇਟ ਨਹੀਂ ਹੈ। ਹਰਿਆਣੇ ਵਾਲੇ ਨੂੰ ਪੁੱਛੋ, ਉਹ ਕਹਿੰਦਾ ਕਿ ਹਰਿਆਣੇ ਵਰਗਾ ਕੋਈ ਨਹੀਂ ਹੈ। ਯੂਪੀ ਵਾਲੇ ਨੂੰ ਪੁੱਛੋ, ਉਹ ਕਹਿੰਦਾ ਯੂਪੀ ਵਰਗੀ ਕੋਈ ਧਰਤੀ ਨਹੀਂ ਹੈ। ਬਿਹਾਰ ਵਾਲੇ ਨੂੰ ਪੁੱਛੋ, ਉਹ ਕਹਿੰਦਾ ਬਿਹਾਰ ਵਰਗੀ ਕੋਈ ਜ਼ਮੀਨ ਹੀ ਨਹੀਂ ਹੈ। ਮਹਾਰਾਸ਼ਟਰ ਵਾਲੇ ਨੂੰ ਪੁੱਛੋ, ਜੈ ਮਹਾਰਾਸ਼ਟਰਾ, ਇੱਥੋਂ ਵਰਗੀ ਕੋਈ ਥਾਂ ਹੀ ਨਹੀਂ ਹੈ। ਕਿਉਂ? ਅਸੀਂ ਭਾਰਤ ਵਿੱਚ ਹਾਂ, ਅਸੀਂ ਕਹਿੰਦੇ ਸਾਡਾ ਭਾਰਤ ਮਹਾਨ। ਕਿਉਂ ਮਹਾਨ? ਕਿਉਂਕਿ ਮੈਂ ਜੰਮਿਆ ਇੱਥੇ। ਇਸ ਲਈ ਨਹੀਂ ਕਿ ਇਹ ਮਹਾਨ ਹੈ, ਨਾ, ਮਹਾਨ ਇਸ ਕਰਕੇ ਹੈ ਕਿਉਂਕਿ ਮੇਰੇ ਵਰਗਾ ਆਦਮੀ ਇੱਥੇ ਪੈਦਾ ਹੋਇਆ ਤਾਂ ਮਹਾਨ ਹੈ। ਪਾਕਿਸਤਾਨ ਵਾਲਾ ਵੀ ਤਾਂ ਇਹੀ ਕਹਿ ਰਿਹਾ ਹੈ, ਬਰਮਾ ਵਾਲਾ ਵੀ ਤਾਂ ਇਹੀ ਕਹਿ ਰਿਹਾ ਹੈ, ਇੰਗਲੈਂਡ ਅमेरिका ਵਾਲਾ ਵੀ ਤਾਂ ਇਹੀ ਕਹਿ ਰਿਹਾ ਹੈ।
ਸਾਰੇ ਇਹੀ ਕਹਿ ਰਹੇ ਨੇ। ਕਿਉਂ ਕਹਿ ਰਹੇ ਨੇ? ਕਿਉਂਕਿ ਉੱਥੇ ਪੈਦਾ ਹੋਏ ਨੇ। ਜਿੱਥੇ ਬੰਦਾ ਪੈਦਾ ਹੋਇਆ ਹੁੰਦਾ ਉਹ ਕਹਿੰਦਾ ਕਿ ਉਹ ਥਾਂ ਮਹਾਨ ਹੈ। ਕਿਉਂਕਿ ਮੈਂ ਉੱਥੇ ਪੈਦਾ ਹੋਇਆ, ਉਹਦਾ ਉਸ ਥਾਂ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੇ ਧਰਮ ਵਿੱਚ ਨਾਲ ਸੰਬੰਧਿਤ ਬੰਦਾ ਹੁੰਦਾ, ਜਿਹੜੇ ਧਰਮ ਵਿੱਚ ਪੈਦਾ ਹੋਇਆ ਹੁੰਦਾ, ਉਸ ਧਰਮ ਨੂੰ ਮਹਾਨ ਕਹਿੰਦਾ। ਕਿਉਂ? ਕਿਉਂਕਿ ਮੈਂ ਉਸ ਧਰਮ ਨੂੰ ਧਾਰਨ ਕੀਤਾ ਹੋਇਆ, ਤਾਂ ਕਰਕੇ ਮੇਰਾ ਧਰਮ ਮਹਾਨ ਹੈ। ਦੂਸਰੇ ਦੇ ਧਰਮ ਵਿੱਚ ਮੈਂ ਪੈਦਾ ਨਹੀਂ ਹੋਇਆ, ਇਸ ਕਰਕੇ ਦੂਸਰੇ ਦਾ ਧਰਮ ਮਹਾਨ ਨਹੀਂ ਹੈ। ਇਸ ਲਈ ਇਹ ਗੱਲਾਂ ਸਿਰਫ ਹੰਕਾਰ ਨਾਲ ਭਰੀਆਂ ਹੋਈਆਂ ਨੇ। ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ। ਇਸ ਤੋਂ ਵੱਧ ਕੇ ਹੋਰ ਕੁਝ ਨਹੀਂ। ਹਮ ਹੈ ਬਸ। ਕਿਉਂਕਿ ਮੈਂ ਤੀਰਥ ਜਾਇਆ, ਇਸ ਕਰਕੇ ਮਹਾਨ ਹੋ ਗਿਆ। ਗੱਲ ਸਿਰਫ ਮੈਂ ਦੀ ਹੈ। ਨਾ ਇੱਥੇ ਕੋਈ ਦੇਸ਼ ਚੰਗਾ ਹੈ ਤੇ ਨਾ ਇੱਥੇ ਕੋਈ ਦੇਸ਼ ਮਾੜਾ ਹੈ। ਨਾ ਕੋਈ ਧਰਮ ਚੰਗਾ ਹੈ ਤੇ ਨਾ ਕੋਈ ਮਾੜਾ ਹੈ। ਬਸ ਬੰਦੇ ਦਾ ਹੰਕਾਰ ਹੈ ਜਿਹੜਾ ਕਿਸੇ ਨੂੰ ਚੰਗਾ ਜਾਂ ਮੰਦਾ ਕਹਿੰਦਾ ਹੈ। ਸਿਰਫ ਬੰਦੇ ਦੀ ਹਉਮੈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਪੰਡਿਤ ਪੁੱਛਾਂ ਤਾਂ ਮਾਇਆ ਰਾਤੇ, ਜਿਹਨੂੰ ਵੀ ਪੁੱਛਾਂ ਉਹ ਮਾਇਆ ਵਿੱਚ ਗਲਤਾਨ। ਤੀਰਥ ਤੇ ਜਾਣ ਵਾਲਾ ਵੀ ਮਾਇਆ ਵਿੱਚ ਫਸਿਆ, ਤੀਰਥ ਤੇ ਬੈਠ ਕੇ ਪੂਜਾ ਕਰਾਉਣ ਵਾਲਾ ਵੀ ਮਾਇਆ ਵਿੱਚ ਫਸਿਆ। ਜਿਹੜਾ ਆ ਕੇ ਬੇਨਤੀ ਕਰਾ ਰਿਹਾ ਜੀ ਮੇਰੀ ਪ੍ਰਾਰਥਨਾ ਕਰ ਦਿਓ, ਮੇਰੀ ਅਰਦਾਸ ਕਰ ਦਿਓ, ਉਹਦਾ ਧਿਆਨ ਵੀ ਮਾਇਆ ਵਿੱਚ ਕਿ ਵਾਹਿਗੁਰੂ ਕਿਰਪਾ ਕਰੇ ਮੇਰਾ ਕਾਰੋਬਾਰ ਵੱਧ ਜਾਏ। ਤੇ ਜਿਹੜਾ ਅਰਦਾਸ ਬੇਨਤੀ ਕਰਨ ਵਾਲਾ ਉਹਦਾ ਧਿਆਨ ਵੀ ਮਾਇਆ ਵਿੱਚ ਕਿ ਕੁਛ ਨਾ ਕੁਛ ਦੇ ਕੇ ਜਾਵੇ। ਸਤਿਗੁਰੂ ਕਹਿੰਦੇ ਦੋਨੋਂ ਮਾਇਆ ਵਿੱਚ ਹੀ ਲੱਗੇ ਨੇ। ਦੋਨੋਂ ਮਾਇਆ ਵਿੱਚ, ਕਿਉਂਕਿ ਦੋਨਾਂ ਦਾ ਧਿਆਨ ਮਾਇਆ ਵਿੱਚ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਤੀਰਥ ਜਾਓ ਤਾਂ ਮਾਇਆ ਰਾਤੇ। ਤੀਰਥ ਜਾਓ, ਤੀਰਥ ਜਾਈਏ ਤਾਂ ਉੱਥੇ ਵੀ ਮਾਇਆ ਵਿੱਚ। ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਤੇ ਬੰਦੇ ਦੇ ਕੋਲ ਫਿਰ ਆਪਣੇ ਤਰਕ ਵੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਸ ਦੁਨੀਆ ਦਾ ਉਧਾਰ ਕਰਦਿਆਂ ਵੱਖ-ਵੱਖ ਥਾਵਾਂ ਤੇ ਵਿਚਰੇ ਤਾਂ ਸਤਿਗੁਰੂ ਜੀ ਇੱਕ ਜਗ੍ਹਾ ਪਹੁੰਚਦੇ ਨੇ। ਭਾਈ ਮਰਦਾਨਾ ਜੀ ਉਹਨਾਂ ਦੇ ਨਾਲ। ਭਾਈ ਮਰਦਾਨਾ ਜੀ ਨੇ ਦੇਖਿਆ ਕਿ ਇੱਥੋਂ ਦੇ ਲੋਕ, ਇਹ ਕ੍ਰਿਸ਼ਨ ਦਾ ਸਥਾਨ ਹੈ ਤੇ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ ਇਸ ਸਥਾਨ ਨੂੰ। ਤੇ ਇਸ ਸਥਾਨ ਦੇ ਉੱਤੇ ਲੋਕ ਕਿਵੇਂ ਰੰਗ ਰਲੀਆਂ ਮਨਾਉਣ ਵਿੱਚ ਲੱਗੇ ਹੋਏ ਨੇ ਭਗਵਾਨ ਦੇ ਨਾਮ ਤੇ। ਲੋਕ ਕਿਵੇਂ ਇੱਥੇ ਇੱਕ ਦੂਸਰੇ ਨਾਲ ਗਲਤ ਹਰਕਤਾਂ ਕਰ ਰਹੇ ਨੇ। ਇਹ ਤਾਂ ਬਹੁਤ ਮਾੜੀ ਗੱਲ ਹੈ। ਇਹਦਾ ਕੀ ਕਾਰਨ? ਗੁਰੂ ਨਾਨਕ ਸਾਹਿਬ ਕੋਲ ਬੈਠੇ, ਉਹਨਾਂ ਨੇ ਹਾਲੇ ਜਵਾਬ ਦਿੱਤਾ ਨਹੀਂ ਕਿ ਕੋਲ ਬੈਠਾ ਪੰਡਿਤ ਬੋਲ ਪਿਆ। ਉਹਦੇ ਕੰਨ ਵਿੱਚ ਆਵਾਜ਼ ਪਈ ਹੋਏਗੀ ਭਾਈ ਮਰਦਾਨਾ ਜੀ ਦੀ। ਉਹ ਬੋਲ ਪਿਆ। ਉਹ ਕਹਿੰਦਾ ਜੀ ਕਲਯੁਗ ਹੈ, ਕਲਯੁਗ। ਕਲਯੁਗ ਦੇ ਵਿੱਚ ਇਹੀ ਕੁਝ ਹੁੰਦਾ ਹੈ। ਇਹ ਕਲਯੁਗ ਦਾ ਪ੍ਰਭਾਵ ਹੈ। ਗੁਰੂ ਨਾਨਕ ਸਾਹਿਬ ਉਹਦੀ ਗੱਲ ਸੁਣ ਕੇ ਹੱਸ ਪਏ। ਸਤਿਗੁਰੂ ਕਹਿੰਦੇ ਵਾਹ ਪੰਡਿਤ ਜੀ, ਕਿਆ ਬਾਤ ਹੈ ਤੁਹਾਡੀ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ ਕਲਯੁਗ ਦੇ ਉੱਤੇ ਸੁੱਟ ਦਿਓ। ਕਿਉਂਕਿ ਵਿਚਾਰੀ ਹੋ ਆਪ, ਮਾੜਾ ਕੰਮ ਕਰਦੇ ਹੋ ਆਪ, ਮਾਇਆ ਲੈ ਕੇ ਪੂਜਾ ਪਾਠ ਕਰਦੇ ਹੋ ਆਪ, ਤੇ ਨਾਮ ਦਿੰਦੇ ਹੋ ਧਰਮ ਨੂੰ, ਨਾਮ ਦਿੰਦੇ ਹੋ ਤੁਸੀਂ ਕਲਯੁਗ ਨੂੰ ਕਿ ਕਲਯੁਗ ਦਾ ਪ੍ਰਭਾਵ ਹੈ ਜੀ। ਵਾਸਨਾ ਆਪਣੇ ਮਨ ਵਿੱਚ ਭਰੀ ਹੈ ਤੇ ਕਸੂਰ ਕਲਯੁਗ ਦਾ। ਸਤਿਗੁਰੂ ਕਹਿੰਦੇ ਕੋਈ ਕਲਯੁਗ ਨਹੀਂ ਹੈ, ਕਿਤੇ ਕਿਤੇ ਕੋਈ ਕਲਯੁਗ ਨਹੀਂ ਹੈ। ਕਲਯੁਗ ਤੁਹਾਡੇ ਮਨ ਵਿੱਚ ਵਸਿਆ ਹੋਇਆ ਹੈ, ਜੋ ਵਾਸਨਾਵਾਂ ਨੇ, ਵਿਕਾਰ ਨੇ, ਬਸ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਦੂਸਰੇ ਦੇ ਉੱਤੇ ਸੁੱਟ ਦਿੰਦੇ ਆ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਉਹ ਤਾਂ ਮਾਇਆ ਵਿੱਚ ਗਲਤਾਨ ਨੇ। ਬੰਦਾ ਆਪਣੇ ਸਿਰ ਨਹੀਂ ਨਾ ਲੈਣਾ ਚਾਹੁੰਦਾ। ਉਹ ਕਹਿੰਦਾ ਜੀ ਦੂਸਰੇ ਦੀ ਵਜ੍ਹਾ ਕਰਕੇ ਮੇਰੇ ਕੋਲੋਂ ਪਾਪ ਹੋ ਗਿਆ, ਮੈਂ ਥੋੜੀ ਪਾਪ ਕਰਨਾ ਸੀ, ਮੈਂ ਤਾਂ ਬੜਾ ਨੇਕ ਆਦਮੀ ਆ, ਪਰ ਕੀ ਕਰਾਂ, ਧੀਆਂ ਪੁੱਤਾਂ ਕਰਕੇ ਬੇਈਮਾਨੀ ਕਰਨੀ ਪੈਂਦੀ। ਧੀਆਂ ਪੁੱਤਾਂ ਦੇ ਸਿਰ ਸੁੱਟ ਦਿੱਤਾ। ਕੋਈ ਪਤਨੀ ਹੈ, ਬੱਚੇ ਨੇ, ਪਰਿਵਾਰ ਪਾਲਣਾ ਹੈ, ਇਸ ਕਰਕੇ ਬੇਈਮਾਨੀ ਕਰਨੀ ਪੈਂਦੀ ਜੀ। ਝੂਠ ਬੋਲਦੇ ਨੇ ਲੋਕ।
कोई धी पुत नहीं कहता बाप अपने नूं कि जाके रिश्वतखोरी करो, बेईमानी करो। बंदे दे अंदर बेईमानी भरी हुंदी है, अपने आप नूं बचाउण लई परिवार दा सहारा ले लैंदा है। ऐसे बहुत सारे लोग होए जिन्हां दा कोई अगे पिछे धी पुत पत्नी परिवार है ही नहीं सी, वो भी लुट्टां खोहां करदे रहे, वो भी करदे रहे। हुण भी साडे बहुत सारे ऐसे मंत्री संतरी हैगे ने जिन्हां दा अगे पिछे कोई नहीं, पर वो भी लुट रहे हैं देश नूं। कोई पत्नी नहीं, कोई परिवार नहीं, कोई मां नहीं, कोई बाप नहीं, कोई भैन नहीं, कोई भाई नहीं, कोई कुछ नहीं, पर लुट रहे हैं ना। इसलिए ये नहीं कहा जा सकता कि जी परिवार करके चोरी करते हैं, परिवार करके लुट करते हैं। वो तो मन विच लोभ है, मन विच विकार है, इसलिए करता है। पर इल्जाम दूसरे ते ला दिंदा है कि दूसरिਆਂ ਦੀ खातर कर रहे हैं। कोई किसी की खातर नहीं करता। दूसरे की खातर मेहनत भी तो की जा सकती है, ईमानदारी नाल भी तो किरत की जा सकती। लोग कहते जी ईमानदारी नाल अजकल चलता नहीं, चलता क्यों नहीं, क्यों नहीं चलता है? सब कुछ होंदा है ईमानदारी नाल, पर बंदा बेईमानी इन्नी बारी कर चुका है कि हुण ईमानदारी दा उहनूं चेता ही भुल गया। इस करके हुंदी नहीं, क्योंकि बहुत बारी जिहड़ा झूठ 1000 बारी असीं बोल लीए वो सच वर्गा लगन लग जाता है। बस बिल्कुल ऐसा ही बेईमानी दा, ऐसा ही रिश्वतखोरी दा, ऐसा ही गलत काम होंदा है, क्योंकि वो कर करके साडा सुभाव बन गया, हुण उहदे तो टलिया नहीं जाता। इस करके सतगुरु कहते माया विच गलतान ने लोग, माया विच फसे हुए। इस करके उस थां दा तां पता ही नहीं बंदे नूं जिथे वाहिगुरू दी हमेशा सिफत सलाह हुंदी है। इस करके पूजा पाठ करदिआं भी माया दे ही सुपने आउंदे ने, नींद विच भी माया दे सुपने ने, तुरदिआं फिरदिआं माया दे ख्याल ने, माया दे विचार ने। इसलिए सतगुरु कहते सो अस्थान बतावो मीता, जाके हर हर कीर्तन नीता। वो थां दसो जिथे वाहिगुरू दा कीर्तन हुंदा होवे, हमेशा हमेशा उहदी सिफत सलाह हुंदी होवे, वो थां दसो भाई। रहाओ शास्त्र वेद पाप पुण्य विचार। सतगुरु कहते लोग पढ़ते हैं शास्त्रां नूं, वेदां नूं, पर पढ़ के विचार की करते हैं? सतगुरु कहते पढ़ के विचार करते हैं कि इस काम नूं करन नाल पुण्य लगेगा ते इस काम नूं करन नाल पाप लगेगा। शास्त्र वेद पाप पुण्य विचार, पाप पुण्य की विचार करते हैं लोग धर्म ग्रंथां नूं पढ़ के। गुरु अमरदास महाराज की कहते, सतगुरु कहते सिमरत शास्त्र पुण्य पाप विचार दे, तत्तै सार ना जानी। तत्त नूं नहीं जानते, बस पुण्य पाप की विचार करते हैं कि इस शब्द नूं पढ़ांगे तो फलानी चीज़ मिलेगी, इस शब्द नूं पढ़ांगे तो आ मिलेगा। लोग यही कुछ विचारते हैं। साडे भी कुछ इहो जिहे मूर्ख लोगों ने संकट मोचन नाम की एक छोटी जी किताब बना दी, मिल जाएगी तुहानूं कई थाइयों, जिहदे उत्ते लिखिया होया है कि आ शब्द पढ़ोगे तो आ हो जाता है, आ शब्द पढ़ोगे गुरबाणी का तो आ हो जाता है। इन्हां चीज़ों में उलझा दिता लोगों नूं, असीं उलझ गए इन्हां चीज़ों में। मैनूं किसी ने पूछा, कहंदे भाई साहब गुरबाणी विच कोई ऐसा शब्द है जिहदे नाल शुगर की बीमारी मिट जाए, जिहदे नाल शुगर का रोग मिट जाए? कोई ऐसा शब्द दसो गुरु ग्रंथ साहिब विचों। असीं लोग गुरबाणी नूं इस ढंग नाल पढ़न लग पए, इस तरह जिवें लोग वेदां नूं पढ़दे ने कि आ काम करन नाल पाप लगेगा, आ काम करन नाल पुण्य लगेगा, पर तत्त दी विचार कोई भी नहीं करता। शास्त्र वेद पाप पुण्य विचार, नरक सुरग फिर अवतार। सतगुरु कहते नरक सुरग का चक्कर कि पुण्य करांगे तो स्वर्ग जावांगे, पाप करांगे तो नरक जावांगे। लोग इस करके कर रहे हैं, इसलिए कि पाप पुण्य, कि पाप लगेगा।
ਜੈਨੀ ਨੰਗੇ ਪੈਰੀ ਤੁਰਦਾ। ਕਿਉਂ? ਉਹ ਕਹਿੰਦਾ ਜੀ ਜੇ ਜੁੱਤੀ ਪਾ ਕੇ ਤਰਾਂਗਾ ਤਾਂ ਪੈਰ ਥੱਲੇ ਕੋਈ ਕੀੜਾ ਆ ਜਾਏਗਾ ਤੇ ਮਰ ਜਾਏਗਾ, ਪਾਪ ਹੋ ਜਾਏਗਾ। ਜੁੱਤੀ ਪਾਓ ਜਾਂ ਨਾ ਪਾਓ, ਜਿਹੜਾ ਪੈਰ ਥੱਲੇ ਆ ਗਿਆ ਉਹਨੇ ਮਰ ਹੀ ਜਾਣਾ। ਪਰ ਉਹ ਕਹਿੰਦਾ ਕਿ ਨਹੀਂ, ਇਸ ਤਰ੍ਹਾਂ ਕਰਨਾ, ਨੰਗੇ ਪੈਰੀ ਤੁਰਨਾ ਪੁੰਨ ਹੈ। ਉਹ ਕਹਿੰਦਾ ਪਾਣੀ ਉਬਾਲ ਕੇ ਨਹੀਂ ਪੀਣਾ, ਪਾਣੀ ਗੰਦਾ ਹੀ ਪੀਣਾ। ਕਿਉਂ? ਕਿਉਂਕਿ ਉਬਾਲਾਂਗੇ ਤਾਂ ਪਾਣੀ ਦੇ ਵਿੱਚ ਜਿਹੜੇ ਜੀਵ ਹੋਣਗੇ ਉਹ ਮਰ ਜਾਣਗੇ, ਪਾਪ ਹੋਵੇਗਾ, ਪਾਪ ਹੋਏਗਾ। ਤੁਸੀਂ ਕਦੇ ਇੱਥੋਂ ਲੰਘੋ ਸਾਹਮਣੇ ਬੈਰੀਅਰ ਤੋਂ, ਉੱਥੇ ਤੁਹਾਨੂੰ ਕਈ ਵਾਰੀ ਕੁਝ ਲੋਕ ਚਿੱਟੇ ਕੱਪੜਿਆਂ ਵਿੱਚ ਜੈਨੀ ਦਿਸ ਜਾਣਗੇ। ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕੱਪੜਾ ਹੁੰਦਾ ਛੋਟਾ ਜਿਹਾ, ਜਿਵੇਂ ਮਾਸਕ ਦੀ ਤਰ੍ਹਾਂ, ਪਰ ਉਹ ਮਾਸਕ ਨਹੀਂ ਹੁੰਦਾ, ਛੋਟਾ ਜਿਹਾ ਚੌਰਸ ਰੰਗ ਦਾ ਚੌਰਸ, ਉਹ ਸਿਰਫ ਤੇ ਸਿਰਫ ਨੱਕ ਅਤੇ ਮੂੰਹ ਦੇ ਉੱਤੇ ਹੁੰਦਾ। ਉਹਦਾ ਇਸਤੇਮਾਲ ਕਰਦੇ ਨੇ। ਕਿਉਂ ਕਰਦੇ ਨੇ? ਕਦੇ ਪੁੱਛਣਾ ਉਹਨਾਂ ਨੂੰ, ਵੈਸੇ ਤਾਂ ਦੱਸਣਗੇ ਨਹੀਂ ਉਹ। ਉਹਦਾ ਕਾਰਨ ਕੀ ਹੈ? ਉਹ ਕਹਿੰਦੇ ਨੇ ਕਿ ਜਦੋਂ ਅਸੀਂ ਆਪਣੇ ਨੱਕ ਰਾਹੀਂ ਹਵਾ ਬਾਹਰ ਛੱਡਦੇ ਹਾਂ ਨਾ, ਤਾਂ ਸਾਡੀ ਉਸ ਗਰਮ ਹਵਾ ਨਾਲ ਜੀਵ ਹੱਤਿਆ ਹੁੰਦੀ ਹੈ। ਕੀਟਾਣੂ ਜਿਹੜੇ ਹਵਾ ਵਿੱਚ ਮੌਜੂਦ ਹੁੰਦੇ ਨੇ ਨਾ, ਉਹ ਸਾਡੇ ਮੂੰਹ ਵਿੱਚੋਂ ਹਵਾ ਨਿਕਲਣ ਨਾਲ, ਸਾਡੇ ਨੱਕ ਵਿੱਚੋਂ ਗਰਮ ਹਵਾ ਨਿਕਲਣ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਆਪਣੇ ਨੱਕ ਤੇ ਮੂੰਹ ਨੂੰ ਢੱਕ ਕੇ ਰੱਖਦੇ ਨੇ ਕਿ ਪਾਪ ਹੋ ਜਾਂਦਾ। ਇਸ ਤਰ੍ਹਾਂ ਜੀਵ ਮਰ ਰਿਹਾ, ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦਾ ਮਤਲਬ ਇਸ ਗੱਲ ਨਾਲ ਹੈ ਕਿ ਪਾਪ ਹੋਏਗਾ, ਪਾਪ ਹੋ ਗਿਆ ਤਾਂ ਨਰਕ ਜਾਣਾ ਪਏਗਾ, ਨਰਕ ਜਾਣ ਦਾ ਡਰ ਹੈ। ਇਸ ਕਰਕੇ ਬੰਦਾ ਜੀਵ ਹੱਤਿਆ ਤੋਂ ਬਚਦਾ ਹੈ। ਕਿ ਨਰਕ ਨਹੀਂ ਜਾਣਾ ਚਾਹੁੰਦਾ, ਬਸ ਸਵਰਗ ਜਾਣਾ ਚਾਹੁੰਦਾ ਹੈ। ਸਵਰਗ ਜਾਣ ਲਈ ਫਿਰ ਪੁੰਨ ਕਰਦਾ, ਸਵਰਗ ਜਾਣ ਲਈ ਫਿਰ ਭਲਾ ਕੰਮ ਕਰਦਾ ਕਿ ਭਲਾ ਕੰਮ ਕਰਾਂਗਾ ਸਵਰਗ ਜਾਵਾਂਗਾ। ਇਸ ਲਈ ਲੋਕ ਧਰਮ ਗ੍ਰੰਥਾਂ ਦੇ ਵਿੱਚੋਂ ਪੁੰਨ ਤੇ ਪਾਪ ਲੱਭਦੇ ਰਹਿੰਦੇ ਨੇ ਕਿ ਆਹ ਕੰਮ ਪੁੰਨ ਹੈ, ਆਹ ਕੰਮ ਪਾਪ ਹੈ, ਇਸ ਨੂੰ ਕਰਨ ਨਾਲ ਸਵਰਗ ਜਾਵਾਂਗੇ, ਇਸ ਨੂੰ ਕਰਨ ਨਾਲ ਨਰਕ ਜਾਵਾਂਗੇ। ਇਹਨਾਂ ਚੀਜ਼ਾਂ ਵਿੱਚ ਸਤਿਗੁਰੂ ਕਹਿੰਦੇ ਲੋਕ ਉਲਝੇ ਰਹਿੰਦੇ ਨੇ। ਨਰਕ ਸੁਰਗ ਫਿਰ ਅਵਤਾਰ, ਨਰਕ ਸੁਰਗ ਵਿੱਚ ਜੰਮਣ ਮਰਨ ਦੇ ਗੇੜ ਵਿੱਚ ਬੰਦਾ ਪਿਆ ਰਹਿੰਦਾ। ਫਿਰ ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ। ਸਤਿਗੁਰੂ ਕਹਿੰਦੇ ਗ੍ਰਸਤ ਵਿੱਚ, ਜਿਹੜਾ ਬੰਦੇ ਦਾ ਗ੍ਰਸਤ ਹੈ, ਗ੍ਰਸਤ ਵਿੱਚ ਉਦਾਸ, ਚਿੰਤਾ ਵਿੱਚ ਫਸਿਆ ਹੋਇਆ। ਚਿੰਤਾ ਵਿੱਚ ਜ਼ਿਆਦਾਤਰ ਗ੍ਰਸਤੀ ਆਦਮੀ ਉਹ ਚਿੰਤਾਵਾਂ ਵਿੱਚ ਡੁੱਬੇ ਹੋਏ ਤੁਹਾਨੂੰ ਮਿਲਣਗੇ। ਜ਼ਿਆਦਾਤਰ ਚਿੰਤਾ ਵਿੱਚ ਡੁੱਬੇ ਦਿਖਾਈ ਦਿੰਦੇ ਨੇ। ਕਦੇ ਬੱਚਿਆਂ ਦੀ ਚਿੰਤਾ, ਕਦੇ ਉਹਨਾਂ ਨੂੰ ਸਕੂਲ ਪੜ੍ਹਾਉਣ ਦੀ ਚਿੰਤਾ, ਕਦੇ ਉਹਨਾਂ ਨੂੰ ਕਿਤੇ ਬਾਹਰ ਹਾਇਰ ਸਟੱਡੀ ਵਾਸਤੇ ਬਾਹਰ ਭੇਜਣਾ ਉਹਦੀ ਚਿੰਤਾ, ਫਿਰ ਉਹਨਾਂ ਦਾ ਵਿਆਹ ਕਰਨਾ ਉਹਦੀ ਚਿੰਤਾ, ਫਿਰ ਗਾਂ ਉਹਨਾਂ ਦੇ ਬੱਚਿਆਂ ਦੀ ਚਿੰਤਾ, ਫਿਰ ਹੋਰ ਚੀਜ਼ਾਂ ਦੀ ਚਿੰਤਾ, ਘਰ-ਬਾਰ ਦੀ ਚਿੰਤਾ। ਜ਼ਿਆਦਾਤਰ ਗ੍ਰਸਤੀ ਆਦਮੀ ਨੂੰ 100 ਇਸ ਤਰ੍ਹਾਂ ਦੀਆਂ ਹਜ਼ਾਰਾਂ ਚਿੰਤਾਵਾਂ ਹੁੰਦੀਆਂ। ਸਤਿਗੁਰੂ ਕਹਿੰਦੇ ਗ੍ਰਸਤ ਮੈਂ ਚਿੰਤ ਉਦਾਸ। ਇਸ ਲਈ ਚਿੰਤਾਵਾਂ ਬੰਦੇ ਨੂੰ ਉਦਾਸ ਕਰਦੀਆਂ। ਉਦਾਸੀ, ਸੈਡਨੈਸ, ਕਿ ਚਿਹਰਾ ਉਦਾਸ, ਚੀਜ਼ਾਂ ਹੋਣ ਦੇ ਬਾਵਜੂਦ ਵੀ ਬੰਦਾ ਉਦਾਸ ਜਿਹਾ ਫਿਰਦਾ। ਲੋਕ ਉਦਾਸ ਨਜ਼ਰ ਆਉਂਦੇ ਨੇ, ਹਾਸਾ ਵੀ ਝੂਠਾ ਜਿਹਾ ਹੱਸਦੇ ਨੇ। ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਤੇ ਹੰਕਾਰ ਬੜਾ ਹੈ। ਫਿਰ ਨਾਲ ਹਉਮੈ ਵੀ ਹੈ। ਹੰਕਾਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ, ਧੀਆਂ ਪੁੱਤਾਂ ਦਾ ਹੰਕਾਰ, ਪੈਸੇ ਦਾ ਹੰਕਾਰ, ਘਰ-ਬਾਰ ਦਾ ਹੰਕਾਰ, ਕੁਛ ਵੀ ਹਉਮੈ। ਸਤਿਗੁਰੂ ਕਹਿੰਦੇ ਅਹੰਕਾਰ ਨਾਲ ਭਰਿਆ ਹੋਇਆ। ਕਰਮ ਕਰਤ ਜੀ ਕੋ ਜੰਜਾਰ। ਜਿਵੇਂ ਜਿਵੇਂ ਬੰਦਾ ਹੋਰ ਕਰਮ ਕਰਦਾ, ਇਹ ਆਪਣੇ ਆਪ ਨੂੰ ਜੰਜਾਲ ਵਿੱਚ ਫਸਾਉਂਦਾ ਜਾਂਦਾ ਹੈ। ਕਰਮ ਕਰਤ ਜੀ ਕੋ ਜੰਜਾਰ, ਜੀ ਇਹਦਾ, ਸਾਡੀ ਜਿੰਦ ਜੰਜਾਲ ਵਿੱਚ ਫਸਦੀ ਜਾਂਦੀ ਹੈ। ਅਸੀਂ ਮਾਇਆ ਦੇ ਜੰਜਾਲ ਵਿੱਚ ਉਲਝਦੇ ਜਾਂਦੇ ਹਾਂ, ਕਾਮ ਕ੍ਰੋਧ ਵਿੱਚ ਫਸਦੇ ਜਾਂਦੇ ਹਾਂ, ਲੋਭ ਦੇ ਮੋਹ ਵਿੱਚ ਅਸੀਂ ਇਸੇ ਤਰ੍ਹਾਂ ਉਲਝੇ ਰਹਿੰਦੇ ਹਾਂ। ਇਹ ਜੰਜਾਰ ਸਾਡੀ ਅੰਤਰ ਆਤਮਾ ਨੂੰ ਪੈ ਜਾਂਦਾ ਹੈ, ਉਸ ਨੂੰ ਪੈ ਜਾਂਦਾ। ਇਸ ਕਰਕੇ ਅਸੀਂ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਾਂ। ਸਤਿਗੁਰੂ ਕਹਿੰਦੇ ਪ੍ਰਭ ਕਿਰਪਾ ਤੇ ਮਨ ਵਸ ਆਇਆ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਇਹ ਮਨ ਵਸ ਆ ਜਾਂਦਾ ਹੈ।
ਇਹ ਮਨ ਕਾਬੂ ਆ ਜਾਂਦਾ। ਇਹ ਮਨ ਜਦੋਂ ਉਹਦੀ ਰਹਿਮਤ ਹੋ ਜਾਂਦੀ, ਉਹਦੀ ਕਿਰਪਾ ਤੋਂ ਬਿਨਾਂ ਇਹ ਮਨ ਕਾਬੂ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਉਹਦੀ ਰਹਿਮਤ ਹੋ ਜਾਏ ਤਾਂ ਇਹ ਮਨ ਵਸ ਆ ਜਾਂਦਾ ਹੈ। ਨਾਨਕ ਗੁਰਮੁਖ ਤਰੀ ਤਿਨ ਮਾਇਆ, ਜਿਹੜੇ ਗੁਰੂ ਦੇ ਸਨਮੁਖ ਹੋ ਗਏ ਉਹਨਾਂ ਨੇ ਮਾਇਆ ਨੂੰ ਤਰ ਲਿਆ। ਉਹ ਮਾਇਆ ਨੂੰ ਪਾਰ ਲੰਘ ਗਏ, ਉਹ ਮਾਇਆ ਦੇ ਝਮੇਲਿਆਂ ਵਿੱਚ ਉਲਝਦੇ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਉਹ ਥਾਂ ਜਿੱਥੇ ਹਮੇਸ਼ਾ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ। ਉਹੀ ਪੁੱਛਿਆ ਸੀ ਨਾ ਸਵਾਲ ਸਤਿਗੁਰੂ ਨੇ ਕਿ ਸੋ ਸਥਾਨ ਬਤਾਵੋ ਮੀਤਾ। ਸਤਿਗੁਰੂ ਕਹਿੰਦੇ ਉਹ ਸਥਾਨ ਕਿਹੜਾ? ਉਹ ਸਥਾਨ ਹੈ ਸਾਧ ਸੰਗ ਹਰ ਕੀਰਤਨ ਗਾਈਐ। ਇਹ ਅਸਥਾਨ ਗੁਰੂ ਤੇ ਪਾਈਐ। ਇਹ ਥਾਂ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਸਾਧ ਸੰਗਤ, ਕਿਉਂਕਿ ਇੱਥੇ ਸੰਗਤ ਵਿੱਚ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ। ਸਿਰਫ ਗੁਰੂ ਦੇ ਦਰ, ਸਿਰਫ ਸੰਗਤ, ਜਿੱਥੇ ਕੁਝ ਗੁਰਮੁਖ ਬਹਿ ਕੇ ਵਾਹਿਗੁਰੂ ਦਾ ਗੁਣ ਗਾਉਣ। ਸੰਗਤ ਨੂੰ ਹੀ ਸਤਿਗੁਰੂ ਨੇ ਉਹ ਥਾਂ ਦੱਸਿਆ। ਸਤਿਗੁਰੂ ਕਹਿੰਦੇ ਸਤ ਸੰਗਤ ਕੈਸੀ ਜਾਣੀਐ? ਜਿੱਥੇ ਇੱਕੋ ਨਾਮ ਵਖਾਣੀ, ਜਿੱਥੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਦੂਸਰੀ ਗੱਲ ਨਹੀਂ। ਜਿਸ ਜਗ੍ਹਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰੀ ਗੱਲ ਹੋ ਰਹੀ ਹੈ, ਉਹ ਸੰਗਤ ਨਹੀਂ ਹੈ, ਉਹ ਸਤ ਸੰਗਤ ਨਹੀਂ ਹੈ। ਉਹ ਲੋਕਾਂ ਦਾ ਇਕੱਠ ਹੋ ਸਕਦਾ ਹੈ, ਲੋਕਾਂ ਦਾ ਜਮਾਵੜਾ, ਭੀੜ ਹੋ ਸਕਦੀ, ਪਰ ਉਹਨੂੰ ਸਤ ਸੰਗਤ ਨਹੀਂ ਕਹਿ ਸਕਦੇ, ਕਿਉਂਕਿ ਉੱਥੇ ਰੱਬ ਦੀ ਕੋਈ ਗੱਲ ਨਹੀਂ ਹੈ। ਉੱਥੇ ਗੱਲ ਹੈ ਮਾਇਆ ਦੀ, ਉੱਥੇ ਗੱਲ ਹੈ ਸੰਸਾਰ ਦੀ। ਸੰਗਤ ਵਿੱਚ ਸੰਸਾਰ ਦੀ ਗੱਲ ਨਹੀਂ। ਹਾਂ, ਜੇ ਸੰਗਤ ਵਿੱਚ ਸੰਸਾਰ ਦੀ ਗੱਲ ਵੀ ਹੁੰਦੀ ਹੈ ਤਾਂ ਉਹ ਨਿਰੰਕਾਰ ਨਾਲ ਜੋੜਨ ਵਾਸਤੇ, ਉਹ ਵਾਹਿਗੁਰੂ ਨਾਲ ਜੋੜਨ ਵਾਸਤੇ। ਜੇ ਮਾਇਆ ਦੀ ਗੱਲ ਵੀ ਹੁੰਦੀ ਹੈ ਤਾਂ ਇਹ ਦੱਸਣ ਲਈ ਕਿ ਮਾਇਆ ਝੂਠ ਹੈ, ਜੁੜਨਾ ਸੱਚ ਨਾਲ ਹੈ। ਇਸ ਲਈ ਸੰਗਤ ਵਿੱਚ ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰੀ ਗੱਲ ਨਹੀਂ। ਇੱਥੇ ਸਿਰਫ ਉਹਦਾ ਕੀਰਤਨ, ਸਿਰਫ ਉਹਦੀ ਸਿਫਤ ਸਲਾਹ ਹੈ। ਸਾਧ ਸੰਗ ਹਰ ਕੀਰਤਨ ਗਾਈਐ, ਇਹ ਅਸਥਾਨ ਗੁਰੂ ਤੇ ਪਾਈਐ। ਇਹ ਥਾਂ ਗੁਰੂ ਤੋਂ ਮਿਲਦਾ ਹੈ, ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ। ਰਹਾਉ ਦੂਜਾ, ਸਤਿਗੁਰੂ ਦੂਜੇ ਰਹਾਉ ਵਿੱਚ ਇਸ ਪਹਿਲੇ ਰਹਾਉ ਦਾ ਜਵਾਬ ਦਿੰਦੇ ਨੇ। ਜਿਹੜਾ ਸਵਾਲ ਪੁੱਛਿਆ ਨਾ ਕਿ ਸੋ ਸਥਾਨ ਬਤਾਵੋ ਮੀਤਾ, ਸਤਿਗੁਰੂ ਕਹਿੰਦੇ ਸਾਧ ਸੰਗ ਹਰ ਕੀਰਤਨ ਗਾਈਐ। ਗੁਰੂ ਦੇ ਸੰਗ ਵਿੱਚ ਜੁੜ ਕੇ ਉਸ ਵਾਹਿਗੁਰੂ ਦਾ ਕੀਰਤਨ ਕਰ। ਇਹੀ ਉਹ ਥਾਂ ਹੈ ਜਿੱਥੇ ਉਹਦੀ ਸਿਫਤ ਸਲਾਹ ਹੁੰਦੀ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਸਤਿਗੁਰੂ ਰਹਿਮਤ ਕਰੇ ਸਾਡਾ ਮਨ ਉਸ ਵਾਹਿਗੁਰੂ ਦੀ ਕੀਰਤੀ ਵਿੱਚ, ਜਿੱਥੇ ਹਰ ਵੇਲੇ ਕੀਰਤੀ ਹੁੰਦੀ ਹੈ, ਉਹਦੇ ਵਿੱਚ ਜੁੜ ਜਾਵੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।